बिस्मिल्लाहिर्रहमानिर्रहीम अस्सलाम वालेकुम जी। मेरा नाम है आयशा ते अज दी रेसिपी च मैं तुहाडे ਲਈ ਲੈ ਕੇ ਆਈ ਹਾਂ कच्ची हल्दी ਦਾ हलवा। बहुत ही मज़ेदार जिहा ਤੇ बहुत ही बेनीफिशियल यानी कि फ़ायदेमंद ਤੇ ਜ਼ੂ ਹਜ਼ਮ ਹਲਵਾ। ਚਲੋ ਜੀ ਚੱਲਦੇ ਹਾਂ ਰੈਸਪੀ ਦੀ ਤਰਫ। ਤੇ ਸਾਰਿਆਂ ਨਾਲੋਂ ਪਹਿਲਾਂ ਮੈਂ ਲੈ ਲਈ ਆ ਕੱਚੀ ਹਲਦੀ। ਤੁਸੀਂ ਦੇਖ ਰਹੇ ਹੋ ਇਹਦੇ ਬਹੁਤ ਜ਼ਿਆਦਾ फ़ायदे ਆ ਹੱਡੀਆਂ ਜੋੜਾਂ ਦੇ ਦਰਦ ਵਾਸਤੇ, ਕਮਰ ਦੇ ਦਰਦ ਵਾਸਤੇ ਤੇ ਹੋਰ ਵੀ ਬਹੁਤ ਕੁਛ ਨਾਲ ਨਾਲ ਦੱਸਦੀ ਹਾਂ। ਅੱਛਾ ਜੀ, ਮੈਂ ਹਲਦੀ ਲਈ ਸੀ ਜਿਹੜੀ, ਉਹਨੂੰ ਛਿਲ ਕੇ ਤੇ ਬਾਰੀਕ ਬਾਰੀਕ ਟੁਕੜਿਆਂ 'ਚ ਕੱਟ ਲਿਆ ਤਾਂ ਕਿ ਸਾਨੂੰ ਕੁੱਟਣੀ ਜਾਂ ਗ੍ਰੈਂਡ ਕਰਨੀ ਜਾਂ ਪੀਸਣੀ ਇਹ ਆਸਾਨ ਹੋ ਸਕੇ। ਉਸ ਤੋਂ ਬਾਅਦ ਮੈਨੂੰ ਪਾ ਲਿਆ ਚੋਪਰ ਦੇ ਵਿੱਚ ਤੇ ਆ ਲਓ ਜੀ ਚਲਾਤੀ ਮਸ਼ੀਨ। ਤੇ ਇਹਨੂੰ ਮੈਂ ਨਾ ਬੁਰਬਰਾ ਜਿਹਾ ਦਰਦਰਾ ਜਿਹਾ ਜਿੱਦਾਂ ਵੀ ਆ ਉੱਦਾਂ ਪੀਸ ਲਵਾਂਗੀ। ਇੰਨਾ ਫਾਈਨ ਇਹਨੂੰ ਨਹੀਂ ਪੀਸਣਾ, ਥੋੜ੍ਹੇ ਥੋੜ੍ਹੇ ਦੰਦੇ ਕਹਿੰਦੇ ਦਾਣੇ ਰਹਿ ਜਾਣ ਇੰਨਾ ਕਿ ਇਹਨੂੰ ਪੀਸਣਾ ਵਾ। ਤੇ ਤੁਸੀਂ ਦੇਖ ਰਹੇ ਹੋ ਕਿ ਮੇਰੀ ਹਲਦੀ ਜਿਹੜੀ ਉਹਨੂੰ ਮੈਂ ਗ੍ਰੈਂਡ ਕਰ ਲਿਆ। ਉਸ ਤੋਂ ਬਾਅਦ ਮੈਂ ਲੈ ਲਿਆ ਆਟਾ ਤੇ ਆਟੇ ਨੂੰ ਉਹਦੇ ਵਿੱਚ ਪਾ ਲਿਆ ਵਾ ਆਪਣੀ ਕੜਾਹੀ 'ਚ ਤੇ ਕੜਾਹੀ ਰੱਖ ਦਿੱਤੀ ਆ ਚੁੱਲ੍ਹੇ ਤੇ ਹੁਣ ਇਹਨੂੰ ਹਲਕੀ ਅੱਗ 'ਤੇ ਭੁੰਨ ਲੈਂਦੇ ਹਾਂ। ਅੱਛਾ ਜੀ, ਇੱਥੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦਾਂ ਕਿ ਆਟਾ ਜਦੋਂ ਅਸੀਂ ਭੁੰਨ ਲਈਏ ਨਾ, ਜਦੋਂ ਵੀ ਜਿਹੜੀ ਵੀ ਚੀਜ਼ 'ਚ ਯੂਜ਼ ਕਰਨਾ ਵਾ ਤੁਸੀਂ ਆਟਾ ਭੁੰਨ ਕੇ ਪਿੰਨੀਆਂ ਬਣਾਉਣ 'ਚ ਕਰਨਾ, ਜਿਸ ਵਿੱਚ ਚੀਜ਼ ਇਸਤੇਮਾਲ ਕਰਨਾ, ਇਹਨੂੰ ਭੁੰਨ ਕੇ ਤੇ ਛਾਣਨਾ ਲਾਜ਼ਮੀ ਆ ਤਾਂ ਕਿ ਇਹਦੇ ਵਿੱਚ ਜਿਹੜੀਆਂ ਛੋਟੀਆਂ ਛੋਟੀਆਂ ਗੁਟਲੀਆਂ ਹੁੰਦੀਆਂ ਨਾ ਉਹਨਾਂ ਨੂੰ ਰਿਮੂਵ ਕਰ ਦੇਣਾ। ਅੱਛਾ ਜੀ, ਆਟਾ ਅਸੀਂ ਕੱਢ ਲਿਆ ਵਾ ਇੱਕ ਪਰਾਤ ਵਿੱਚ। ਆ ਦੂਸਰੀ ਲਈ ਆ ਕੇਤਲੀ ਤੇ ਇਹਦੇ ਵਿੱਚ ਪਾਣੀ ਪਾ ਕੇ ਤੇ ਗੁੜ ਕੁੱਟ ਕੇ ਪਾ ਲੈਣਾ ਤਾਂ ਕਿ ਅਸੀਂ ਇਹਦੀ ਚਾਸ ਬਣਾ ਲਈਏ। ਤੇ ਦੂਸਰੀ ਸਾਈਡ 'ਤੇ ਅਸੀਂ ਕੜਾਹੀ ਰੱਖ ਕੇ ਤੇ ਉਹਦੇ ਵਿੱਚ ਪਾ ਦਿੱਤਾ ਆਇਲ, ਉਹ ਸਰਸੋਂ ਦਾ। ਤੁਸੀਂ ਇਹਦੀ ਜਗ੍ਹਾ ਘੀ ਵੀ ਯੂਜ਼ ਕਰ ਸਕਦੇ ਹੋ। ਦੇਸੀ ਡਾਲਡੇ ਦਾ ਤਾਂ ਕੋਈ ਫ਼ਾਇਦਾ ਨਹੀਂ, ਦੇਸੀ ਘੀ ਯੂਜ਼ ਕਰ ਸਕਦੇ ਹੋ ਤੇ ਜਾਂ ਫਿਰ ਆਪਣਾ ਨਾਰੀਅਲ ਦਾ ਤੇਲ ਵੀ ਲੈ ਸਕਦੇ ਹੋ। ਲੇਕਿਨ ਅਸੀਂ ਲਿਆ ਵਾ ਸਰਸੋਂ ਦਾ ਤੇਲ ਕਿਉਂਕਿ ਇਹ ਨਾ ਸ਼ੌਕੀਆ ਤੌਰ 'ਤੇ ਤਾਂ ਨਹੀਂ ਬਣਾ ਰਹੇ ਫਿਲਹਾਲ। ਇਹ ਜ਼ੁਕਾਮ ਤੋਂ ਬਹੁਤ ਅੱਛੀ ਹੈ। ਜਿਨ੍ਹਾਂ ਨੂੰ ਕੀੜੀ ਵਾਲਾ ਜ਼ੁਕਾਮ ਹੁੰਦਾ ਨਾ, ਜਾਂ ਐਲਰਜੀ ਵਾਲਾ, ਜਾਂ ਫਿਰ ਹੱਡੀਆਂ ਜਿਨ੍ਹਾਂ ਦੀਆਂ ਦੁਖਦੀਆਂ ਹੁੰਦੀਆਂ, ਜੋੜ ਦੁਖਦੇ ਹੁੰਦੇ, ਕਮਰ ਦੁਖਦੀ ਹੁੰਦੀ, ਹਰ ਕਿਸਮ ਦੇ ਮਰਜ਼ ਵਾਸਤੇ ਬਹੁਤ ਅੱਛੀ ਹੈ। ਤੇ ਉਹਦੇ ਵਿੱਚ ਤੇਲ ਜਦੋਂ ਥੋੜ੍ਹਾ ਗਰਮ ਹੋਇਆ ਤੇ ਜਿਹੜੀ ਅਸੀਂ ਹਲਦੀ ਗ੍ਰੈਂਡ ਕੀਤੀ ਸੀ ਅਸੀਂ ਇਹਦੇ ਵਿੱਚ ਪਾ ਦਿੱਤੀ। ਤੇ ਹੁਣ ਹਲਦੀ ਨੂੰ ਭੁੰਨ ਲਾਂਗੇ ਤਾਂ ਕਿ ਇਹਦੇ ਵਿੱਚ ਜਿਹੜਾ ਪਾਣੀ ਸੀ, ਕਿਉਂਕਿ ਹਰੀ ਹਲਦੀ ਹੈ ਤੇ ਉਹਦੇ ਵਿੱਚ ਪਾਣੀ ਹੁੰਦਾ ਵਾ, ਉਹ ਖੁਸ਼ਕ ਹੋ ਜਾਏ, ਪਾਣੀ ਡਰਾਈ ਹੋ ਜਾਵੇ, ਨਾਲੇ ਜਿਹੜੀ ਹਲਦੀ ਆ ਉਹ ਭੁੱਜ ਜਾਏ। ਤੇ ਆ ਭਾਫਾਂ ਉੱਡਦੀਆਂ ਦੇਖ ਰਹੇ ਹੋ ਤੁਸੀਂ। ਅੱਛਾ, ਇਹਨੂੰ ਅੱਛੀ ਤਰ੍ਹਾਂ ਕਰ ਲੈਣਾ, ਭੁੰਨ ਲੈਣਾ ਤੇ ਨਾਲ ਮੁਸਲਸਲ ਚਮਚ ਹਿਲਾਈ ਜਾਣਾ ਕਿਉਂਕਿ ਇਹਦੇ ਵਿੱਚ ਪਾਣੀ ਹੁੰਦਾ ਤੇ ਨੀਚੇ ਲੱਗਦੀ ਆ। ਤੇ ਇਸ ਲਈ ਚਮਚ ਨਾਲ ਹਿਲਾਉਂਦੇ ਰਹਿਣਾ। ਤੇ ਅੱਗ ਤਕਰੀਬਨ ਹਲਕੀ ਨੀਗੀ, ਤਕਰੀਬਨ ਦਰਮਿਆਨੀ ਆ। ਦੂਸਰੀ ਸਾਈਡ 'ਤੇ ਜਿਹੜਾ ਅਸੀਂ ਰੱਖਿਆ ਵਾ ਗੁੜ ਤਾਂ ਕਿ ਮੈਲਟ ਹੋ ਜਾਏ ਤੇ ਫਿਰ ਉਹਨੂੰ ਛਾਣ ਕੇ ਪਾਈਦਾ ਤਾਂ ਕਿ ਉਹਦੇ ਵਿੱਚ ਜਿਹੜੇ ਜ਼ਰਾਜ਼ ਹੈ ਉਹ ਰਿਮੂਵ ਹੋ ਜਾਣ। ਅੱਛਾ ਜੀ, ਉਹ ਅਸੀਂ ਇੱਕ ਬਾਉਲ ਵਿੱਚ ਜਿਹੜੀ ਹਲਦੀ ਬਰਾਊਨ ਕੀਤੀ ਸੀ ਉਹ ਕੱਢ ਲਈ ਹੈ ਤੇ ਜਿਹੜੀ ਸਾਡਾ ਸੀਗਾ ਅਸੀਂ ਗੁੜ ਮੈਲਟ ਕੀਤਾ ਸੀ ਉਹਨੂੰ ਪਾ ਦਿੱਤਾ ਕੜਾਹੀ ਵਿੱਚ ਤਾਂ ਕਿ ਅਸੀਂ ਇਹਦਾ ਸ਼ੀਰਾ ਬਣਾ ਲਈਏ। ਅੱਛਾ, ਇਹਨੂੰ ਛਲਣੀ ਦੇ ਨਾਲ ਛਾਣ ਲੈਣਾ ਵਾ ਤਾਂ ਕਿ ਇਹਦੇ ਵਿੱਚ ਜਿਹੜੇ ਜ਼ਰਾਜ਼ ਹੈ ਜਾਂ ਕੰਕਰ ਵਗੈਰਾ ਹੁੰਦੇ ਆ ਤੇ ਉਹ ਗੰਨੇ ਦੇ ਜਿਹੜਾ ਰਸ ਜਦੋਂ ਬਣਾਈਦਾ ਤਾਂ ਉਹਦੇ ਵਿੱਚ ਕੋਈ ਨਾ ਕੋਈ ਤਾਂ ਚਲੇ ਜਾਂਦੇ ਛਿਲਕੇ, ਉਹ ਖ਼ਤਮ ਹੋ ਜਾਣ, ਇਸ ਲਈ ਇਹਨੂੰ ਛਾਣ ਕੇ ਪਾਉਣਾ। ਤੇ ਹੁਣ ਨੀਚੇ ਫਲੇਮ ਤਕਰੀਬਨ ਦਰਮਿਆਨਾ ਕਰ ਦਿੱਤਾ ਤੇ ਸਾਡੀ ਚਾਸ ਬਣ ਗਈ ਸੀ। ਤੇ ਹੁਣ ਇਹਦੇ ਵਿੱਚ ਪਾ ਦਿੱਤਾ ਜਿਹੜਾ ਅਸੀਂ ਕੱਢੀ ਸੀ ਹਲਦੀ ਭੁੰਨ ਕੇ ਤੇ ਉਹਦੇ ਵਿੱਚ ਪਾ ਦਿੱਤੀ ਹੈ। ਤੇ ਇਹਦਾ ਪਾਣੀ ਥੋੜ੍ਹਾ ਜਿਹਾ ਖੁਸ਼ਕ ਕਰ ਲੈਣਾ, ਹਾਲੇ ਆਂਚ ਚੱਲ ਰਹੀ ਹੈ। ਥੋੜ੍ਹੀ ਕੁ ਦੇਰ ਇਹਨੂੰ ਪਕਾਵਾਂਗੇ ਤੇ ਜਿਹੜਾ ਵਿੱਚ ਪਾਣੀ ਹੋਊਗਾ ਸ਼ੀਰੇ ਵਾਲਾ ਉਹ ਖ਼ਤਮ ਹੋ ਜਾਏਗਾ। ਤੇ ਜੇ ਤੁਸੀਂ ਦੇਖ ਰਹੇ ਹੋ ਕਿ ਨਾਲ ਨਾਲ ਚਮਚ ਵੀ ਲਾਇਆ ਜਾ ਰਿਹਾ ਤੇ ਬਹੁਤ ਪਿਆਰਾ ਜਿਹਾ ਤੇ ਅੱਛਾ ਜਿਹਾ ਹਲਵਾ ਤਿਆਰ ਹੋ ਗਿਆ। ਤੇ ਇਹਦੇ ਬਹੁਤ ਜ਼ਿਆਦਾ ਫ਼ਾਇਦੇ ਆ। ਤੇ ਜਿਹੜਾ ਅਸੀਂ ਆਟਾ ਸੀਗਾ ਪਾਇਆ ਭੁੰਨਿਆ ਸੀਗਾ ਉਹ ਵੀ ਇਹਦੇ ਵਿੱਚ ਹੁਣ ਇਸ ਪੁਆਇੰਟ 'ਤੇ ਆ ਕੇ ਪਾ ਦੇਣਾ। ਪਹਿਲੇ ਹਲਦੀ ਪਾਈ ਸੀ, ਹੁਣ ਥੋੜ੍ਹਾ ਜਿਹਾ ਚਮਚ ਹਿਲਾਇਆ ਸੀ ਤਾਂ ਕਿ ਉਹ ਸ਼ੀਰੇ ਵਿੱਚ ਰਚ ਜਾਵੇ। ਤੇ ਉਸ ਤੋਂ ਬਾਅਦ ਅਸੀਂ ਜਿਹੜਾ ਆਟਾ ਭੁੰਨਿਆ ਸੀ ਉਹਦੇ ਵਿੱਚ ਪਾ ਦਿੱਤਾ ਤੇ ਹੁਣ ਉਹਦਾ ਪਾਣੀ ਖੁਸ਼ਕ ਕਰ ਦਿੱਤਾ। ਤੇ ਆ ਤੁਸੀਂ ਦੇਖ ਰਹੇ ਹੋ ਕਿ ਹਲਵਾ ਬਿਲਕੁਲ ਤਿਆਰ ਹੋ ਗਿਆ। ਹਲਵੇ ਦੀ ਫਾਈਨਲ ਲੁੱਕ। ਓਕੇ ਜੀ, ਅੱਲਾ ਹਾਫਿਜ਼।